ਕਾਰ नहीं देन ਕੱਢ ਕੇ ਬਾਹਰ ਮਾਰਨ ਜਿਹੜਾ ਕਾਂਗਰਸ ਦੀ ਮੁਖਾਲਫਤ ਕਰਦਾ ਉਹਦੀ ਟਿਕਟ ਵੀ ਖੋਲਣ ਚਾਹੇ 117 ਚੋਂ 116 ਸੀਟਾਂ ਰਹਿ ਜਾਣ ਵੀ ਕਹਿ ਰਹੇ ਨੇ ਕਹਿੰਦੇ ਕਿ ਹਾਂ ਸੜਕਾਂ ਨਾਲੀਆਂ ਪੂਰਾ ਜਿਹੜਾ ਬੇਸਿਕ ਵਿਕਾਸ ਪੂਰਾ ਹੋਇਆ ਹੈ ਪਰ ਜਿਹੜੀਆਂ ਅਹਿਮ ਸਮੱਸਿਆਵਾਂ ਨੇ ਨਸ਼ਾ ਹੋ ਗਿਆ ਬੇਰੋਜ਼ਗਾਰੀ ਹੋ ਗਈ ਇੰਡਸਟਰੀ ਹੋ ਗਈ ਉਹ ਨਹੀਂ ਹੋਈ ਹਾਲੇ। ਸੁਖਬੀਰ ਬਾਦਲ ਜੇ ਉਹਨੂੰ ਪੁੱਛੋਗੇ ਕਹਿਣਗੇ 90 ਮੇਰੀਆਂ ਉਹ ਤੁਹਾਨੂੰ ਹਾਸਾ ਆ ਜਾਊਗਾ 90 ਤੇ ਜਿੱਤੂਗਾ ਮੈਂ ਕਿਉਂਕਿ ਉਨੀ ਗੱਲ ਕਰੋ ਜਿੰਨੀ ਚਾਹੀਜ਼ ਤੁਹਾਡੇ ਆਪਣੇ ਹੀ ਤੁਹਾਡੇ ਵਿਰੋਧੀ ਹੋਏ ਹੋਏ ਨੇ ਉਹਨਾਂ ਨੂੰ ਕਿਵੇਂ ਕਾਬੂ ਕਰ ਰਹੇ ਨੇ? ਕਾਂਗਰਸ ਇਹ ਗੱਲ ਕਿਉਂ ਨਹੀਂ ਸਮਝ ਰਹੀ? ਕਾਂਗਰਸ ਹੀ ਕਾਂਗਰਸ ਨੂੰ ਕਿਉਂ ਖੋਖਲਾ ਕਰ ਰਹੀ ਹੈ? ਤੁਸੀਂ ਵੀ ਹਮੇਸ਼ਾ ਕਹਿ ਰਹੇ ਹੋ ਕਿ ਮੈਨੂੰ ਮੇਰੇ ਆਪਣੇ ਮਾਰ ਰਹੇ ਨੇ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਪੂਰੇ ਦੇਸ਼ ਦੀਆਂ ਇਹਨਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੇ ਨਜ਼ਰਾਂ ਨੇ। ਬੜੇ ਥੋੜੇ ਦਿਨ ਰਹਿ ਗਏ ਨੇ ਤੇ ਪ੍ਰਚਾਰ ਉਮੀਦਵਾਰਾਂ ਦਾ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਹਰ ਇੱਕ ਪਹਿਲੂ ਤੋਂ ਜਿਹੜੀਆਂ ਖਬਰਾਂ ਪਹੁੰਚਾ ਪਾ ਰਹੇ ਹੋਵਾਂਗੇ। ਅੱਜ ਪਹੁੰਚੇ ਹਾਂ ਹਲਕਾ ਗਿੱਦੜਬਾਹਾ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪਿਛਲੀ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਰਹੇ ਅਤੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਥੈਂਕ ਯੂ ਧੰਨਵਾਦ ਜੀ। ਪ੍ਰਚਾਰ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਤੇ ਦਿਲ ਦੀਆਂ ਧੜਕਣਾਂ ਕਿੰਨੀਆਂ ਤੇਜ਼ ਨੇ? ਬਿਲਕੁਲ ਹੀ ਨਹੀਂ ਧੜਕਣ ਬਿਲਕੁਲ ਤੇਜ਼ ਨਹੀਂ ਹੈ। ਕੋਈ ਡਰ ਹੋਵੇ ਤਾਂ ਧੜਕਣ ਤੇਜ਼ ਹੁੰਦੀ ਹੈ ਬਿਲਕੁਲ ਧੜਕਣ ਤੇਜ਼ ਨਹੀਂ ਹੈ। ਪ੍ਰਚਾਰ ਕਿਵੇਂ ਦਾ ਚੱਲ ਰਿਹਾ? ਬਹੁਤ ਵਧੀਆ ਵਾਹਿਗੁਰੂ ਦੀ ਬੜੀ ਅਪਾਰ ਕਿਰਪਾ ਹੈ। ਸੋ ਕੀ ਲੱਗਦਾ ਹੈ ਕਿ 2012 ਵਾਲਾ ਮਾਹੌਲ ਬਣਿਆ ਹੋਇਆ ਹੈ। 12 ਵਾਲਾ ਮਾਹੌਲ ਹੈ? ਯੈਸ 2012 ਚ ਜਿਹੜੇ ਤੁਹਾਡੇ ਆਪਣੇ ਹੀ ਤੁਹਾਡੇ ਵਿਰੋਧੀ ਹੋਏ ਹੋਏ ਨੇ ਉਹਨਾਂ ਨੂੰ ਕਿਵੇਂ ਕਾਬੂ ਕਰ ਰਹੇ? ਬਾਬਾ ਨਾਨਕ ਤੇ ਗਿੱਦੜਬਾਹਾ ਦੇ ਲੋਕ ਉਹਨਾਂ ਨੂੰ ਆਪਣੇ ਆਪ ਕਾਬੂ ਕਰ ਲੈਣਗੇ ਜਦੋਂ 10 ਤਰੀਕ ਨੂੰ ਨਤੀਜਾ ਆਏਗਾ। ਸੋ 10 ਤਰੀਕ ਦੇ ਨਤੀਜੇ ਪੂਰੇ ਹੱਕ ਦੇ ਵਿੱਚ ਆਣਗੇ, ਪੂਰੀ ਉਮੀਦ ਦੇ ਨਾਲ ਲੱਗੇ ਹੋਏ 100% ਪੂਰਨ ਹੱਕ ਦੇ ਵਿੱਚ ਆਉਣਗੇ। ਹੈਟ੍ਰਿਕ ਮਾਰਾਂਗੇ ਤੀਜੀ ਵਾਰੀ ਫੇਰ ਮਿਹਰ ਕਰਨਗੇ ਗਿੱਦੜਬਾਹਾ ਦੇ ਲੋਕ। ਇਸ ਤੋਂ ਇਲਾਵਾ ਆਪਾਂ ਪਹਿਲੀ ਵਾਰ ਇੰਟਰਵਿਊ ਕਰ ਰਹੇ ਹਾਂ। ਮੈਂ ਇਹ ਪੁੱਛਣਾ ਚਾਹੂੰਗਾ ਕਿ ਕੀ ਤੁਹਾਡੇ ਵਿਕਾਸ ਦੇ ਕੰਮ ਨੇ ਜਿਹੜੇ ਤੁਸੀਂ ਉਹ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਰਿਪੋਰਟ ਕਾਰਡ ਲੈ ਕੇ ਜਾ ਰਹੇ ਹੋ? ਸੋ ਯਾਰ ਮੈਂ ਕੁਝ ਕਹੂੰਗਾ ਲੀਡਰ ਤਾਂ ਬਹੁਤ ਕੁਝ ਕਹਿ ਦਿੰਦੇ ਨੇ ਕਿ ਵਿਕਾਸ ਮੈਂ ਆ ਕੀਤਾ ਇਟਸ ਬੈਟਰ ਕਿ ਤੁਸੀਂ ਪਬਲਿਕ ਨੂੰ ਇਹ ਗੱਲ ਪੁੱਛੋਗੇ ਕਿ ਕੀ ਵਿਕਾਸ ਹੋਇਆ ਤਾਂ ਨਹੀਂ ਤਾਂ ਮੇਰੇ ਵਰਗਾ ਕੋਈ ਵੀ ਵਿਅਕਤੀ ਚਿੱਠੀ ਵੱਡੀ ਬਣਾ ਕੇ ਵਿਖਾ ਦਿੰਦਾ ਹੈ। ਪਬਲਿਕ ਮੈਨੂੰ ਲੱਗਦਾ ਕਿ ਪਬਲਿਕ ਅਗਰ ਦੱਸੇ ਵਿਕਾਸ ਹੋਇਆ ਤਾਂ ਫਿਰ ਗੱਲ ਹੈ। ਆਪਾਂ ਚੱਲਦੇ ਹਾਂ ਇੱਕ ਜਲਸੇ ਤੇ ਪੁੱਛ ਲੂੰਗਾ ਵਿਕਾਸ ਕੀ ਹੋਇਆ ਤੇ ਤੁਸੀਂ ਉਹਨਾਂ ਦਾ ਹੰਗਾਰਾ ਪੁੱਛ ਲਿਓ। ਜਿਹੜਾ ਮੈਂ ਪੁੱਛ ਕੇ ਆਇਆ ਉਹ ਵੀ ਇੱਕ ਵਾਰ ਤੁਹਾਨੂੰ ਦੱਸ ਦਵਾਂ। ਹਾਂ ਉਹ ਇਹ ਕਹਿ ਰਹੇ ਨੇ ਕਹਿੰਦੇ ਕਿ ਹਾਂ ਸੜਕਾਂ ਨਾਲੀਆਂ ਪੂਰਾ ਜਿਹੜਾ ਬੇਸਿਕ ਵਿਕਾਸ ਪੂਰਾ ਹੋਇਆ ਹੈ ਪਰ ਜਿਹੜੀਆਂ ਅਹਿਮ ਸਮੱਸਿਆਵਾਂ ਨੇ ਨਸ਼ਾ ਹੋ ਗਿਆ ਬੇਰੋਜ਼ਗਾਰੀ ਹੋ ਗਈ ਇੰਡਸਟਰੀ ਹੋ ਗਈ ਉਹ ਨਹੀਂ ਹੋਈ ਹਾਲੇ। ਸੋ ਨਸ਼ਾ ਇਜ਼ ਦਾ ਪ੍ਰੋਬਲਮ ਆਫ ਇੰਟਰਨੈਸ਼ਨਲ ਪ੍ਰੋਬਲਮ ਹੈ। ਸੋ ਇਹ ਗਿੱਦੜਬਾਹਾ ਦੀ ਪ੍ਰੋਬਲਮ ਨਹੀਂ ਹੈ। ਫॉर योर ਕਾਈਂਡ ਇਨਫੋਰਮੇਸ਼ਨ ਕਦੇ ਜਦੋਂ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਆ ਤਾਂ ਫਿਰ ਐਂ ਲੱਗਦਾ ਕਿ ਲੋਕਾਂ ਦਾ ਸਵਾਲ ਥੋੜੇ ਬਾਇਸ ਕੁਐਸਚਨ ਹੋ ਜਾਂਦੇ ਨੇ। ਨਸ਼ਾ ਜਿਹੜਾ ਹੈਗਾ ਉਹ ਪੂਰੇ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਸਮੱਸਿਆ ਹੈਗੀ ਆ ਔਰ ਮੈਂ ਅਕਸਰ ਇਹ ਗੱਲ ਕਹਿਣਾ ਹੈ ਕਿ ਉਹਦੇ ਵਿੱਚ ਸਿਵਲੀਅਨ ਨੂੰ ਆਪਦਾ ਹਿੱਸਾ ਪਾਉਣਾ ਪਏਗਾ। ਅਸੀਂ ਬੜੇ ਲੋਕ ਨਸ਼ੇ ਦੇ ਖਿਲਾਫ ਫੜਦੇ ਆ ਰੇਡ ਕਰਦੇ ਆ ਕਈ ਵਾਰੀ ਕੋਈ ਚੀਜ਼ ਨਹੀਂ ਉਹਨਾਂ ਤੋਂ ਮਿਲਦੀ ਐਂਡ ਪੁਲਿਸ ਉਹਦੇ ਵਾਸਤੇ ਕਾਫੀ ਨਹੀਂ ਹੈ। ਜਿਹੜਾ ਕਾਨੂੰਨ ਹੈ ਉਹ ਇਹ ਚਾਹੁੰਦਾ ਕਿ ਕੋਈ ਪ੍ਰਾਈਵੇਟ ਸਿਵਲੀਅਨ ਵੀ ਉਹਦੇ ਵਿੱਚ ਗਵਾਹ ਹੋਣਾ ਚਾਹੀਦਾ। ਸੋ ਸਿਵਲੀਅਨ ਕੋਈ ਗਵਾਹ ਬਣਨ ਲਈ ਤਿਆਰ ਨਹੀਂ ਹੁੰਦਾ ਔਰ ਜਿਹੜੇ ਇਹੋ ਜਿਹੇ ਲੋਕ ਹੈ ਉਹ ਬੜੀ ਫਿਰ ਜਲਦੀ ਬਾਹਰ ਆ ਜਾਂਦੇ ਆ ਬਿਕੋਜ਼ ਉਹਨਾਂ ਕੋਲ ਕੁਆਂਟੀਟੀ ਦੀ ਮਾਤਰਾ ਜਿਹੜੀ ਉਹ ਘੱਟ ਮਿਲਦੀ ਹੈ ਐਂਡ ਵਿਦਆਊਟ ਰਿਕਵਰੀ ਜਿਹੜਾ ਜੱਜ ਹੈ ਉਹ ਮੰਨਦਾ ਨਹੀਂ ਹੈ ਕਿ ਤੁਸੀਂ ਉਹ ਰਿਕਵਰੀ ਦੇ ਹਿਸਾਬ ਨਾਲ ਉਹਦੀ ਬੇਲ ਹੁੰਦੀ ਹੈ। ਸੋ ਇੱਕ ਤਾਂ ਸਿਵਲੀਅਨ ਕੋਈ ਉਹਦਾ ਗਵਾਹ ਨਹੀਂ ਬਣਦਾ ਕਿਉਂਕਿ ਜੱਜ ਨੂੰ ਗਵਾਹ ਦੀ ਲੋੜ ਹੈ। ਪੁਲਿਸ ਨੂੰ ਉਹ ਗਵਾਹ ਮੰਨਦਾ ਨਹੀਂ ਜਦੋਂ ਉਹਨਾਂ ਦਾ ਵਕੀਲ ਆ ਕਹਿੰਦਾ। ਸੋ ਕਾਫੀ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਨਸ਼ੇ ਦੇ ਉੱਤੇ। ਤੁਸੀਂ ਸੁਣਿਆ ਹੋਣਾ ਅਮਰੀਕਾ ਕੈਨੇਡਾ ਈਵਨ ਕੈਨੇਡਾ ਵਾਲਿਆਂ ਨੇ ਤਾਂ ਮਰਵਾਨਾ ਇੱਕ ਨਸ਼ੇ ਨਾਮ ਦਾ ਉਹ ਲੀਗਲਾਈਜ਼ ਕਰਤਾ। ਸੋ ਇਟਸ ਅ ਬਿਗ ਡਿਬੇਟ ਇਟਸ ਨੈਵਰ ਐਂਡਿੰਗ ਪ੍ਰੋਗਰਾਮ। ਇਹਦੇ ਤੇ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਮਿਲ ਕੇ ਕੁਝ ਸੋਚਣਾ ਪਏਗਾ ਤਦ ਹੋ ਸਕਦਾ। ਇਫ ਯੂ ਟਾਕ ਅਬਾਊਟ ਇੰਡਸਟਰੀ ਦੇਖੋ ਇਹ ਕਹਿਣ ਦੀ ਗੱਲ ਇੰਡਸਟਰੀ ਮੈਂ 18 ਕਰੋੜ ਰੁਪਏ ਦਾ ਇੱਥੇ ਮਾਰਕਫੈਟ ਦਾ ਪਲਾਂਟ ਲੱਗਿਆ ਉਹਦਾ ਨਵੀਨੀਕਰਨ ਕਰਾਇਆ 18 ਕਰੋੜ ਲਾ ਕੇ ਦੁਬਾਰੇ ਬਣ ਰਿਹਾ ਉਹ। ਸੋ ਰੂਰਲ ਇਟਸ ਅ ਰੂਰਲ ਹਬ ਜਿਹਨੇ ਵੀ ਇੰਡਸਟਰੀ ਲਾਉਣੀ ਹੈ ਉਹਦੇ ਵਾਸਤੇ ਉਹਨੇ ਟਰਾਂਸਪੋਰਟੇਸ਼ਨ ਦੇਖਣੀ ਹੈ ਉਹਨੇ ਹਾਈਵੇ ਦੇਖਣਾ ਹੈ। ਸੋ ਇਟਸ ਅ ਸਮਾਲ ਟਾਊਨ ਛੋਟਾ ਜਿਹਾ ਟਾਊਨ ਹੈ। ਸੋ ਉਹ ਹਾਈਵੇ ਦੇ ਨੇੜੇ ਲਾਉਣਾ ਚਾਹੁੰਦਾ ਹੈ ਉਹ ਡਿਲੀਵਰੀ ਦੇਖਣਾ ਚਾਹੁੰਦਾ ਹੈ ਉਹ ਕਿੱਥੋਂ ਉਹਨੂੰ ਰॉ ਮਟੀਰੀਅਲ ਮਿਲੇਗਾ। ਸੋ ਇਹ तमाम ਚੀਜ਼ਾਂ ਇੰਡਸਟਰੀਜ਼ ਦੇ ਵਾਸਤੇ ਵੇਖੀਆਂ ਜਾਂਦੀਆਂ। ਸੈਕਿੰਡ ਜਿਹੜੀ ਇੱਥੇ ਲੈਂਡ ਹੈ
ਉਹ ਬੜੀ ਬਹੁਤ ਮਹਿੰਗੀ ਲੈਂਡ ਹੈ। ਜਿਹੜਾ ਇੰਡਸਟਰੀ ਵਾਲਾ ਸੋਚਦਾ ਕਿ ਮੈਨੂੰ ਕੋਈ ਸਸਤੀ ਲੈਂਡ ਮਿਲ ਜੇ, ਬਟ ਆਮ ਪਲੈਨਿੰਗ ਬਿਕੋਜ਼ ਮੈਨੂੰ ਟਾਈਮ ਹੀ ਨਹੀਂ ਮਿਲੇ। ਔਰ ਬਿਲਕੁਲ ਕੋਸ਼ਿਸ਼ ਕਰਾਂਗਾ ਕਿ ਅਗਰ ਗਿੱਦੜ ਵਾਸਤੇ ਸੋਹਣੀ ਕੋਈ ਚੰਗੀ ਇੰਡਸਟਰੀ ਅਸੀਂ ਲੈ ਕੇ ਆ ਸਕੀਏ, ਬਟ ਉਹਦੇ ਵਾਸਤੇ ਇੰਡਸਟਰੀ ਨੂੰ ਕੋਈ ਨਾ ਕੋਈ ਪੈਕੇਜ ਕੋਈ ਕਨਵਿੰਸ ਕਰਨਾ ਪੈਣਾ ਹੈ, ਦੈਨ ਓਨਲੀ ਦੇ ਵਿਲ ਕਮ ਟੂ ਗਿੱਦੜਬਾਹਾ। ਅਦਰਵਾਈਜ਼ ਲੋਕ ਹਾਈਵੇ ਭਾਲਦੇ ਹੈ, ਲੋਕ ਵੱਡੇ ਸ਼ਹਿਰਾਂ ਦੇ ਨੇੜੇ ਇੰਡਸਟਰੀ ਪਾਦੇ। ਇਹ ਸੱਚ ਨੇ, ਜੇ ਉਹ ਸੱਚ ਨੂੰ ਲੁਕਾਵਾਂਗੇ ਤਾਂ ਗੱਲ ਬਣੇਗੀ ਨਹੀਂ। ਵੜਿੰਗ ਸਾਹਿਬ ਸੱਚ ਜਾਣਦੇ ਹੋ, ਮੈਂ ਤੁਹਾਡੇ ਔਰੇ ਨੂੰ ਬੜਾ ਪਸੰਦ ਕਰਦਾ, ਤੁਹਾਡੀ ਲੀਡਰਸ਼ਿਪ ਨੂੰ ਪਸੰਦ ਕਰਦਾ, ਪਰ ਤੁਸੀਂ ਬੜੀ ਛੇਤੀ ਇਹ ਫੈਸਲਾ ਕਰ ਲਿਆ ਕਿ ਮੈਂ ਬਾਇਸਡ ਹਾਂ। ਹਾਲੇ ਤਾਂ ਮੇਰੀ ਇੰਟਰਵਿਊ ਵੀ ਨਹੀਂ ਖਤਮ ਹੋਈ ਸੀ। ਮੈਂ ਤੁਹਾਨੂੰ ਹੁਣ ਇਹ ਵੀ ਦੱਸ ਦਵਾਂ ਕਿ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜੇ ਇੱਥੋਂ ਰਾਜਾ ਵੜਿੰਗ ਨਹੀਂ ਜਿੱਤਦਾ ਤਾਂ ਪੂਰੇ ਪੰਜਾਬ ਦੇ ਵਿੱਚ ਕੋਈ ਲੀਡਰ ਜਿੱਤ ਹੀ ਨਹੀਂ ਸਕਦਾ ਜਿਹਨੇ ਕੰਮ ਕਰਵਾਏ ਨੇ। ਇਹ ਵੀ ਲੋਕਾਂ ਨੇ ਕਿਹਾ। ਨਹੀਂ, ਮੈਂ ਨਸ਼ੇ ਵਾਲੀ ਗੱਲ ਤੋਂ ਕਿਹਾ, ਬਿਕੋਜ਼ ਦੈਟ ਇਜ਼ ਅ ਕੁਐਸਚਨ। ਨਹੀਂ ਦੈਟ ਹੈਗੀ ਹੈ ਗੱਲ, ਹਰ ਵਿਅਕਤੀ ਦੀ ਹੈ। ਹਾਲਾਂਕਿ ਜਿੰਨੀਆਂ FIRs ਅਸੀਂ ਫੜੇ ਲੋਕਾਂ ਨੂੰ, ਅਸੀਂ ਤਾਂ ਈਵਨ ਉਹਨਾਂ ਨੂੰ ਘਰ-ਬਾਰ ਵੀ ਮੇਰੇ ਪੁਲਿਸ ਵਾਲੇ ਤੇ ਲੋਕਾਂ ਨੇ ਉਹਨਾਂ ਦੇ ਤੋੜ ਤੇ ਜਿਹੜੇ ਨਸ਼ੇ ਵਸ਼ਾ ਕਰਦੇ ਸੀਗੇ। ਬਟ ਤਰਾਸਗੀ ਇਹੀ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਉਹਨੂੰ ਫੜ ਕੇ ਲਿਆਈਦਾ, ਸਮਟਾਈਮਸ ਕੋਈ ਐਸਾ ਨਸ਼ੇੜੀ ਹੁੰਦਾ ਹੈ ਤੇ ਉਹਨੂੰ ਦੌਰਾ ਪੈ ਜਾਂਦਾ ਹੈ, ਫਿਰ ਉਹ ਸਾਰੇ ਥਾਣੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਕੋਈ ਸਖਤ ਕਾਨੂੰਨ ਵੀ ਬਣਨ ਦੀ ਜ਼ਰੂਰਤ ਹੈਗੀ ਹੈ। ਮੈਨੂੰ ਲੱਗਦਾ ਕੋਈ ਸੰਵਿਧਾਨ ਦੇ ਅੰਦਰ ਅਮੈਂਡਮੈਂਟ ਹੋਣੀ ਚਾਹੀਦੀ। ਉਹਨਾਂ ਨੂੰ ਸੰਭਲ ਲਈ ਹਸਪੀਟਲਸ ਦੀ ਵੀ ਜ਼ਰੂਰਤ ਹੈ, ਰੀਹੈਬ ਸੈਂਟਰ ਹਸਪੀਟਲਸ ਤਾਂ ਹੈਗੇ ਆ ਬ੍ਰਦਰ, ਉਹ ਥੋੜੀ ਜਿਹੀ ਗੱਲ ਤੇ, ਕਿਉਂਕਿ ਜਾਨ ਤਾਂ ਬਿਲਕੁਲ ਹੈ ਨਹੀਂ ਹੈ। ਇਫ ਯੂ ਵਾਂਟ ਟੂ ਇੰਟਰੋਗੇਟ ਹਿਮ ਕਿ ਦੱਸ ਕਿੱਥੋਂ ਆਉਂਦਾ ਕਿਵੇਂ ਹੁੰਦਾ, ਤੇ ਪੁਲਿਸ ਵਾਲੇ ਨੂੰ ਇਹ ਵੀ ਡਰ ਹੁੰਦਾ, ਕਿਉਂਕਿ ਮੈਂ ਪੁਲਿਸ ਨਾਲ ਬੈਠ ਕੇ ਖੁੱਲੀਆਂ ਗੱਲਾਂ ਚਰਚਾ ਕਰਦਾ ਰਹਿਣਾ। ਸੋ ਕਹਿੰਦੇ ਸਰ ਅਸੀਂ ਇਹਨੂੰ ਜੇ ਹੁਣ ਇੰਟਰੋਗੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮਾਈਟ ਵੀ ਇਹ ਮਾਰੀ ਜਾਵੇ। ਫਿਰ ਪੁਲਿਸ ਕਸਟਡੀ 'ਚ ਬੰਦਾ ਮਰ ਗਿਆ, ਉਹਦੇ ਦੇ ਅਲੱਗ ਮਸਲੇ ਨੇ, ਲੋਕ ਧਰਨਾ, ਹਿਊਮਨ ਰਾਈਟਸ ਹੈ। ਇਹ तमाम ਚੀਜ਼ਾਂ ਤੇ ਐਕਸਰਸਾਈਜ਼ ਕਰਨ ਦੀ ਲੋੜ ਹੈ। ਜਿਵੇਂ ਗੈਂਗਸਟਰ ਨੇ, ਹੁਣ ਗੈਂਗਸਟਰ ਨੂੰ ਬਚਾਉਣ ਵਾਸਤੇ ਜਿਨ੍ਹਾਂ ਨੇ, ਜਿਹੜੇ ਲੋਕ ਨੇ, ਕਿੰਨੀ ਪੁਲਿਸਿੰਗ ਲੱਗਦੀ ਹੈ ਉਹਨਾਂ ਨੂੰ ਟ੍ਰਾਂਸਫਰ ਜਦੋਂ ਜਾਂਦੇ ਨੇ, ਤੇ ਮੇਰਾ ਖਿਆਲ 100 200 500 ਪੁਲਿਸ ਵਾਲਾ ਉਹਨਾਂ ਦੇ ਮਗਰ, ਇੱਕ SP ਉਹਨਾਂ ਨੂੰ ਸਕਾਟ ਕਰਦਾ ਹੈ। ਰੀਜ਼ਨ ਬੀਇੰਗ ਕਿ ਹੀ ਇਜ਼ ਅ ਗੈਂਗਸਟਰ, ਪਰ ਉਹਦੀ ਜਾਨ ਵੀ ਬਚਾਉਣੀ ਹੈ, ਹਿਊਮਨ ਰਾਈਟਸ ਦਾ ਕੰਮ ਹੈ। ਸੋ ਇਹ ਕਈ ਜਿਹੜੀਆਂ ਕਨਸਟੀਟਿਊਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੰਸ਼ੋਧਨ ਹੋਣ ਵਾਲੇ ਨੇ ਕਿ ਉਹਨੂੰ ਕਿੱਦਾਂ ਕੀਤਾ ਜਾ ਸਕਦਾ। ਸੋ ਦੈਟਸ ਵੈਰੀ ਇੰਪੋਰਟੈਂਟ ਐਂਡ ਇਟਸ ਜਿਹੜਾ ਤੁਹਾਡਾ ਇਸ਼ੂ ਹੈਗਾ ਇਹ ਬੜਾ ਟੱਚਿੰਗ ਹੈਗਾ। ਇਹਦੇ ਤੇ ਸਰਕਾਰਾਂ ਨੂੰ, ਨਾਟ ਓਨਲੀ ਮੀ, ਆਈ ਐਮ ਜਸਟ ਛੋਟਾ ਜਿਹਾ ਬੰਦਾ ਹੈ, ਸੋ ਸਰਕਾਰਾਂ ਬੈਠ ਕੇ ਪੂਰਨ ਵਿਚਾਰ ਕਰਨ। ਤੁਹਾਡੀ ਬਹੁਤ ਯਸ, ਮੰਥਨ ਹੋਣਾ ਚਾਹੀਦਾ ਇਹਦੇ ਤੇ 2 ਦਿਨ ਦਾ, ਕਿ ਅਸੀਂ ਹਿੰਦੁਸਤਾਨ ਦੇ ਵਿੱਚੋਂ ਡਰੱਗਸ ਕਿਵੇਂ ਦੂਰ ਕਰ ਸਕਦੇ। ਇਟਸ ਨਾਟ ਇਨ ਪੰਜਾਬ, ਇਟਸ ਇਨ ਦਿੱਲੀ ਆਲਸੋ। ਹਰ ਥਾਂ ਤੇ ਤੁਸੀਂ ਦੇਖਿਆ ਹੋਣਾ ਪੁਲ ਦੇ ਥੱਲੇ, ਨਾਟ ਇਨ ਦਿੱਲੀ, ਬੰਬੇ, ਐਵਰੀਵੇਅਰ। ਪੰਜਾਬ ਕੋਲੇ ਬੜੇ ਥੋੜੇ ਲੀਡਰ ਨੇ, ਲੋਕ ਜਿਹੜੇ ਪਸੰਦ ਕਰਦੇ ਨੇ, ਜਿਨ੍ਹਾਂ ਨੂੰ ਲੋਕਾਂ ਤੋਂ ਉਮੀਦ ਹੁੰਦੀ ਹੈ, ਲੋਕ ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਇਹ ਸਾਡਾ ਕੰਮ ਕਰਨਗੇ। ਸੋ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ, ਮੈਂ ਤਾਂ ਯੂਥ ਲੀਡਰ ਹਾਂ, ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਜਿਹੜੇ ਵੀ ਲੋਕ ਡੈਮੋਕ੍ਰੇਸੀ ਨੂੰ ਪਸੰਦ ਕਰਦੇ ਨੇ ਜਾਂ ਸਿਆਸੀ ਮਾਰ ਇਹ ਗੱਲ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਕਿ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਕਾਂਗਰਸ ਇੱਕ ਬਦਲ ਹੈ। ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਤਾਂ ਕਾਂਗਰਸ ਹੀ ਬਚਾ ਸਕਦੀ ਹੈ। ਕਾਂਗਰਸ ਦੇ ਨਾਲ ਜੁੜ ਰਹੇ ਨੇ ਲੋਕ, ਕਨ੍ਹਈਆ ਕੁਮਾਰ ਦੀ ਗੱਲ ਕਰੀਏ ਜਾਂ ਹੋਰ ਸੰਗਠਨ ਲੋਕ ਜੁੜ ਰਹੇ ਨੇ, ਉਹ ਸਮਝ ਰਹੇ ਨੇ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਊਗਾ ਤਾਂ ਡੈਮੋਕ੍ਰੇਸੀ ਮਜ਼ਬੂਤ ਹੋਊਗੀ। ਪਰ ਕਾਂਗਰਸ ਦੇ ਅੰਦਰ ਕਾਂਗਰਸ ਇਹ ਗੱਲ ਕਿਉਂ ਨਹੀਂ ਸਮਝ ਰਹੀ? ਕਾਂਗਰਸ ਹੀ ਕਾਂਗਰਸ ਨੂੰ ਕਿਉਂ ਖੋਖਲਾ ਕਰ ਰਹੀ ਹੈ? ਤੁਸੀਂ ਵੀ ਹਮੇਸ਼ਾ ਕਹਿ ਰਹੇ ਹੋ ਕਿ ਮੈਨੂੰ ਮੇਰੇ ਆਪਣੇ ਮਾਰ ਰਹੇ ਨੇ। ਯਾ ਇਨਡਿਸਪਲਿਨ ਇਜ਼ देयर ਹੈਗਾ ਪਾਰਟੀ ਦੇ ਅੰਦਰ, ਆਪਣੇ ਹੀ। ਕਾਂਗਰਸ ਕਦੇ ਮਰਦੀ ਨਹੀਂ ਹੈ, ਕਾਂਗਰਸ ਨੂੰ ਕਾਂਗਰਸ ਮਾਰਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਸੋ ਬਿਲਕੁਲ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜੇ ਕਾਂਗਰਸ ਨੂੰ ਧੋਖਾ ਕਰਦੇ ਨੇ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਤਾਕਤਾਂ ਬਖਸ਼ੀਆਂ ਨੇ, ਬਸ ਇਸ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਟੋਲਰੇਟ ਨਹੀਂ ਕਰਦੇ। ਹਾਲਾਂਕਿ ਹੋਣਾ ਇਹ ਚਾਹੀਦਾ ਕਿਸੇ ਦੀ ਬਣੇ ਨਾ ਬਣੇ, ਲੇਕਿਨ ਕਾਂਗਰਸ ਪਾਰਟੀ ਦਾ ਪਹਿਲ ਏਜੰਡਾ ਉਹਨਾਂ ਦੇ ਅੱਗੇ ਹੋਣਾ ਚਾਹੀਦਾ ਕਿ ਜਿੱਥੇ ਵੀ ਕਾਂਗਰਸ ਪਾਰਟੀ ਦਾ ਵਿਅਕਤੀ ਲੜਦਾ ਹੈ ਉਹ ਜਿੱਤੇ। ਮੈਂ ਤਾਂ ਹਰ ਵਿਅਕਤੀ ਨੂੰ ਕਹਿਣਾ ਹੈ, ਬਠਿੰਡਾ ਤੋਂ ਲੈ ਕੇ ਮਾਨਸਾ ਤੋਂ ਲੈ ਕੇ ਤਲਵੰਡੀ ਸਾਬੋ ਤੋਂ ਮੁਕਤਸਰ, ਕੋਟਕਪੂਰਾ, ਮਲੋਟ, ਮੇਰੀ ਕਿਸੇ ਨਾਲ ਬਣੇ ਨਾ ਬਣੇ, ਲੇਕਿਨ ਕਾਂਗਰਸ ਨੂੰ ਜਿਤਾਉਣਾ ਚਾਹੀਦਾ ਹੈ। ਲੇਕਿਨ ਕਿਤੇ ਨਾ ਕਿਤੇ ਦੂਸਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਔਰ ਪਾਰਟੀ ਦੀ ਵੀ ਬਣਦੀ ਹੈ ਕਿ ਅਗਰ ਕੋਈ ਬੰਦਾ ਮੁਖਾਲਫਤ ਕਰ ਰਿਹਾ ਹੈ ਔਰ ਕਾਂਗਰਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਉਸ ਬੰਦੇ ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ, ਬੀ ਇਟ ਐਨੀਬਡੀ। ਚਾਹੇ ਇਲੈਕਸ਼ਨ ਦੇ ਨੇੜੇ ਕੇਵਲ ਢਿੱਲੋਂ ਤੇ ਕਰਦਾ, ਮੈਂ ਕਿਹਾ ਕੋਈ ਵੀ ਹੋਵੇ, ਕਾਰਨੀ ਦੇਣ ਕੱਢ ਕੇ ਬਾਹਰ ਮਾਰਨ ਜਿਹੜਾ ਕਾਂਗਰਸ ਦੀ ਮੁਖਾਲਫਤ ਕਰਦਾ, ਉਹਦੀ ਟਿਕਟ ਵੀ ਖੋਲ੍ਹਣ, ਚਾਹੇ 117 ਚੋਂ 116 ਸੀਟਾਂ ਰਹਿ ਜਾਣ। ਕੋਈ ਐਗਜ਼ਾਮਪਲ ਸੈੱਟ ਕਰਨੀ ਪਏਗੀ ਨਾ ਤੁਹਾਨੂੰ। ਕੀ ਫਰਕ ਪੈਂਦਾ ਜੇ 117 ਦੀ ਥਾਂ ਤੇ 115 ਤੇ ਲੜ ਲਾਂਗੇ? ਅਗਰ ਉਹ ਇਲੈਕਸ਼ਨ ਲੜ ਵੀ ਰਿਹਾ ਹੈ ਤਦ ਵੀ ਉਹਨੂੰ ਕੈਂਸਲ ਕਰ ਦੇਣ ਕਿ ਹੀ ਇਜ਼ ਨਾਟ ਆਵਰ ਕੈਂਡੀਡੇਟ ਨਾਓ।
ਇਹ ਜਿਹੜੀ ਇਹ ਦਿੱਕਤ ਹੈ ਇਕੱਲੀ ਕਾਂਗਰਸ ਦੇ ਵਿੱਚ ਹੈ ਜਾਂ ਫਿਰ ਨੈਸ਼ਨਲ ਪਾਰਟੀਆਂ ਸਾਰੀਆਂ ਦੇ ਵਿੱਚ ਹੈ, ਬੀਜੇਪੀ ਦੇ ਵਿੱਚ ਵੀ ਮੰਨਦੇ ਹੋ? ਜਾਂ ਦਿੱਕਤ ਤਾਂ ਹੈਗੀ ਹੈ, ਪਰ ਜਿਨ੍ਹਾਂ ਦਾ ਮੈਂ ਸਮਝਦਾ ਰੀਜਨਲ ਪਾਰਟੀਆਂ ਦੇ ਵਿੱਚ ਤਾਂ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਹੁੰਦੀ ਹੈ, ਜਦੋਂ ਮਰਜ਼ੀ ਬਾਹਰ ਕੱਢ ਲੈਣ, ਬਾਹਰ ਜਦੋਂ ਮਰਜ਼ੀ। ਨੈਸ਼ਨਲ ਦੀ ਗੱਲ ਨੈਸ਼ਨਲ ਪਾਰਟੀਆਂ ਦੇ ਵਿੱਚ ਹਾਂ, ਜਦੋਂ ਸੱਤਾ ਸਰਕਾਰ 'ਚ ਤੁਸੀਂ ਨਹੀਂ ਹੁੰਦੇ ਫਿਰ ਇਹ ਕਮਜ਼ੋਰੀਆਂ ਆ ਜਾਂਦੀਆਂ, ਲਾਈਕ ਕਾਂਗਰਸ। ਬਟ ਬੀਜੇਪੀ ਦੇ ਵਿੱਚ ਵੀ ਹੈਗੀਆਂ ਪ੍ਰੋਬਲਮ, ਬਟ ਉਹਨਾਂ ਕੋਲੇ ਅੱਜ ਸਿਸਟਮ ਹੈਗਾ, ਉਹ ਉਹਦੇ ਤੇ ਕਾਰਵਾਈ ਕਰ ਲੈਂਦੇ ਆ। ਫਿਰ ਉਹਨਾਂ ਦਾ ਡਰ ਭੈ ਵੀ ਹੈਗਾ ਬਿਕੋਜ਼ ਉਹ ਸੱਤਾ ਸਰਕਾਰ 'ਚ ਹੈਗੇ। ਮੈਂ ਵੈਸੇ ਉਹ ਚੀਜ਼ਾਂ ਦੇ ਵੱਲ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੇਰੀ ਇਹ ਨਹੀਂ ਨੇਚਰ ਹੈਗੀ ਕਿ ਮੈਂ ਪੁੱਛਾਂ ਵੀ ਫਲਾਣੇ ਨੇ ਤੁਹਾਨੂੰ ਇਹ ਕਹਿਤਾ, ਉਹਨੇ ਤੁਹਾਨੂੰ ਇਹ ਕਹਿਤਾ। ਪਰ ਫਿਰ ਵੀ ਤੁਸੀਂ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਹੋ ਕਿ ਬਾਦਲ ਮੇਰੇ ਖਿਲਾਫ ਲੜ ਰਹੇ ਨੇ, ਉਹਦਾ ਕੀ ਸਮਝਦੇ ਹੋ ਕਿ ਸਾਰੇ ਬਾਦਲ ਇਕੱਠੇ ਹੋ ਗਏ? ਤੁਸੀਂ ਜੇ ਸਰਵੇ ਕੀਤਾ ਹੋਣਾ ਹੈ ਤਾਂ ਤੁਸੀਂ ਇੱਕ ਸਰਵੇ 'ਚ ਆਪਦੇ 'ਚ ਗੱਲ ਹੋਰ ਜੋੜ ਲਓ ਕਿ ਜਿਹੜੇ ਬਾਦਲ ਆ ਉਹ ਸਾਰੇ ਇਕੱਠੇ ਹੋ ਗਏ ਨੇ। ਅੱਜ ਮੇਰੀ ਗੁਜ਼ਾਰਿਸ਼ ਹੈ ਆਪਦੇ ਛੋਟੇ ਭਰਾ ਨੂੰ ਕਿ ਤੁਸੀਂ ਕਿਰਪਾ ਕਰਕੇ ਇਹ ਵੀ ਸਰਵੇ ਕਰਕੇ ਜਾਇਓ, ਕਿਸੇ ਰੇੜੀ ਵਾਲੇ ਮੇਰੇ ਭਰਾ ਤੋਂ, ਕਿਸੇ ਮੇਰੇ ਭਰਾ ਦੁਕਾਨਦਾਰ ਤੋਂ, ਕਿਸੇ ਵਾਲ ਕੱਟਣ ਵਾਲੇ ਤੋਂ, 10-20 ਬੰਦਿਆਂ ਤੋਂ ਪੁੱਛ ਕੇ ਜਾਇਓ। ਜੇ ਉਹ ਕਹਿਣ ਬਾਦਲ ਇਕੱਠੇ ਹੋ ਗਏ ਤਾਂ ਫਿਰ ਦੈਟ ਮੀਨਸ ਇਕੱਠੇ ਹੋ ਗਏ। ਤੁਸੀਂ ਪੁੱਛ ਲਓ ਕਿਸੇ ਨੂੰ, ਰੈਂਡਮ, ਨਾਟ ਮੇਰੇ ਤੋਂ, ਮੈਂ ਤਾਂ ਹੋ ਸਕਦਾ ਐਵੇਂ ਵੀ ਕਹਾਂ, ਲੇਕਿਨ ਰੈਂਡਮਲੀ ਗਿੱਦੜਬਾਹ 'ਚ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਪੁੱਛ ਲਓ ਕਿ ਯਾਰ ਬਾਦਲ ਇਕੱਠੇ ਹੋ ਗਏ ਰਾਜੇ ਦੇ ਖਿਲਾਫ, ਉਹ ਕਹਿਣਗੇ ਹਾਂ ਇਕੱਠੇ ਹੋ ਗਏ ਸਾਰੇ ਬਾਦਲ ਇਕੱਠੇ ਹੋ ਗਏ। ਮੈਂ ਕਿਹਾ ਪੁੱਛ ਲਓ, ਬਠਿੰਡੇ ਤੋਂ ਲੈ ਕੇ ਲੰਬੀ ਤੱਕ ਸਭ ਇਕੱਠੇ ਹੋ ਗਏ। ਪਰ ਰਾਜਾ ਇਕੱਲਾ ਹੀ ਹੈ? ਜਨਤਾ ਨਾਲ ਹੈ ਯਾਰ, ਗਿੱਦੜਵੇ ਦੇ ਮੇਰੇ ਮਾਂ-ਬਾਪ ਨਾਲ ਹੈ, ਕੋਈ ਪਰਵਾਹ ਨਹੀਂ। ਮੈਂ ਤਾਂ ਚੌਥਾ ਇਲੈਕਸ਼ਨ ਲੜ ਰਿਹਾ, ਪਹਿਲਾਂ ਉਹਨਾਂ ਬਾਦਲਾਂ ਨਾਲ ਲੜਿਆ, ਫਿਰ ਦੂਜੇ ਬਾਦਲ ਨਾਲ ਲੜਿਆ, ਸੋ ਪਾਰਲੀਮੈਂਟ ਲੜਿਆ। ਤੁਸੀਂ ਦੇਖੋ ਵੀ ਮੈਂ ਪਾਰਲੀਮੈਂਟ ਜਿੱਤ ਜਾਣੀ ਸੀ, ਮਨਪ੍ਰੀਤ ਲੜਿਆ 30,000 35,000 ਵੋਟਾਂ ਨਾਲ ਲੰਬੀ ਤੋਂ ਹਾਰਿਆ। ਰਾਨਿੰਦਰ ਸਿੰਘ ਟਿੱਕੂ ਲੜੇ, ਉਹ ਵੀ 38,000 ਨਾਲ ਹਾਰੇ। ਮੈਂ ਲੰਬੀ ਤੋਂ 15,000 ਨਾਲ ਹਾਰੇ। ਸਰਦੂਲਗੜ੍ਹ ਤੋਂ ਉਹ 25,000 ਨਾਲ ਹਾਰੇ। ਉਹਦੇ ਪਿੱਛੇ ਕੀ ਗਲਤੀਆਂ ਮੰਨਦੇ ਹੋ, ਕੀ ਕਾਰਨ? 25,000 ਨਾਲ ਹਾਰੇ, ਮੈਂ 4,000 ਨਾਲ ਜਿੱਤੇ। ਦੋਨੋਂ ਬਠਿੰਡਾ ਤੋਂ 30,000 ਨਾਲ ਜਿੱਤੇ, ਲੇਕਿਨ ਮੈਂ 5,000 ਨਾਲ ਹਾਰੇ। ਬਸ ਉਹ ਸਿੱਧੂ ਸਾਹਿਬ ਠੀਕ ਕਹਿੰਦੇ ਸੀ, 25-75 25-75 ਨਹੀਂ ਕਿਹਾ, ਉਹਨਾਂ ਨੇ ਕਿਹਾ 75-25। 75-25 ਅੱਛਾ। ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਆਉਣ ਵਾਲੇ 10 ਤਰੀਕ ਨੂੰ, ਕੀ ਸਮਝਦੇ ਹੋ ਕਿ ਕਾਂਗਰਸ ਦੀ ਸਰਕਾਰ, ਚਲੋ ਇਹ ਤਾਂ ਗਿੱਦੜਬਾਹੀ ਦੀ ਗੱਲ ਹੋਗੀ, ਕਾਂਗਰਸ ਦੀ ਸਰਕਾਰ ਬਣੂਗੀ ਜਾਂ ਨਹੀਂ ਬਣੂਗੀ? ਆਈ ਬਲੀਵ, ਮੈਂ ਪੂਰਨ ਯਕੀਨ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਅਸੀਂ ਸਰਕਾਰ ਦੇ ਨੰਬਰ ਦੇ ਕਾਫੀ ਨੇੜੇ ਹਾਂ, ਬਹੁਤ ਨੇੜੇ। ਸੋ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਨੰਬਰ ਅਚੀਵ ਕਰ ਲਾਂਗੇ। ਸਮਾਂ ਹੈਗਾ ਇੱਕ ਦੋ ਸਵਾਲ। ਲਾਈਕ ਸੁਖਬੀਰ ਬਾਦਲ, ਜੇ ਉਹਨੂੰ ਪੁੱਛੋਗੇ ਕਹਿਣਗੇ 90 ਮੇਰੀਆਂ, ਉਹ ਤੁਹਾਨੂੰ ਹਾਸਾ ਆ ਜਾਊਗਾ, 90 ਤੇ ਜਿੱਤੂਗਾ ਮੈਂ, ਕਿਉਂਕਿ ਉਨੀ ਗੱਲ ਕਰੋ ਜਿੰਨੀ ਜਾਇਜ਼ ਹੁੰਦੀ ਹੈ, ਕਿਉਂਕਿ ਐਂਟੀ ਇਨਕੰਬੈਂਸੀ ਵੀ ਹੁੰਦੀ ਹੈ। ਲੇਕਿਨ ਜਿਸ ਤਰ੍ਹਾਂ ਆਫਟਰ ਚੰਨੀ ਸਾਹਿਬ ਅਨਾਉਂਸਮੈਂਟ, ਜਿਹੜਾ ਮੈਂ ਸਮਝਦਾ ਕਿ ਚੰਨੀ ਸਾਹਿਬ ਦੀ ਅਨਾਉਂਸਮੈਂਟ ਤੋਂ ਬਾਅਦ ਜਿਹੜਾ ਉਛਾਲ ਆਇਆ ਹੈ, ਉਹ ਕਾਫੀ ਵੱਡਾ ਉਛਾਲ ਆਇਆ ਹੈ। ਕਦੇ ਕਦੇ ਤੁਸੀਂ ਵੀ ਵਿਕਰਾਲ ਰੂਪ ਚ ਆ ਜਾਂਦੇ ਹੋ, ਤੁਸੀਂ ਕਿਹਾ ਕਿ ਉਨੀ ਗੱਲ ਕਰੋ ਕਿ ਜਿੰਨੀ ਪੁੱਗ ਜੇ। ਕਦੇ ਕਦੇ ਤੁਸੀਂ ਵੀ ਵਿਕਰਾਲ ਰੂਪ ਦੇ ਵਿੱਚ ਆ ਜਾਂਦੇ ਹੋ। ਮੈਨੂੰ ਇਹ ਲੱਗਦਾ ਕਿ ਮਿਆਰ ਪੋਲਿਟਿਕਸ ਦੇ ਵਿੱਚ ਜਿਹੜੀ ਭਾਸ਼ਣਬਾਜ਼ੀ ਦਾ ਉਹ ਕਿਤੇ ਨਾ ਕਿਤੇ ਗਿਰ ਗਿਆ। ਤੁਸੀਂ ਇਸ ਗੱਲ ਦੇ ਨਾਲ ਕਿੰਨਾ ਸਹਿਮਤ ਹੋ? 100% ਸਹਿਮਤ ਹਾਂ, 100%। ਤੇ ਫਿਰ ਐਕਸ਼ਨ ਦਾ ਰਿਐਕਸ਼ਨ ਸੀ ਕਿ ਐਸੀ ਕੀਤਾ ਸੀ? ਯਾ ਤੁਹਾਡਾ, ਤੁਸੀਂ ਹੁਣ ਬੀਇੰਗ ਏ ਜਰਨਲਿਸਟ, ਤੁਸੀਂ ਬਹੁਤ ਕਿਸੇ ਨੂੰ ਤਲੀਮ ਤੇ ਤਹਿਜ਼ੀਬ ਨਾਲ ਬੋਲਦੇ ਹੋ। ਹੁਣ ਬੰਦਾ ਤੁਹਾਡੇ ਗੁਲਾਮੇ 'ਚ ਹੀ ਹੱਥ ਪਾ ਲੇ, ਕੀ ਕਰੋਗੇ? ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜੁਰਮ ਸਹਿਣਾ ਵੀ ਪਾਪ ਹੈ, ਜੁਰਮ ਕਰਨਾ ਵੀ ਪਾਪ ਹੈ। ਸੋ ਬੰਦਾ ਇੰਨਾ ਹੀ ਬਦਤਮੀਜ਼ੀ ਤੇ ਹੋ ਜਾਏ ਕਿ ਤੁਸੀਂ ਆਪਦੀ ਹਿਫਾਜ਼ਤ ਹੀ ਨਾ ਕਰ ਸਕੋ, ਤੇ ਫਿਰ ਉਹ ਆਦਮੀ ਨਹੀਂ ਹੈ। ਹਰ ਵਿਅਕਤੀ ਨੂੰ ਆਪਣੀ ਹਿਫਾਜ਼ਤ ਖੁਦ ਕਰਨੀ ਆਉਣੀ ਚਾਹੀਦੀ ਹੈ। ਪੂਰਾ ਪਰਿਵਾਰ ਜ਼ੋਰ ਲਗਾ ਰਿਹਾ, ਬੇਟੀ ਵੀ ਜ਼ੋਰ ਲਗਾ ਰਹੀ ਹੈ। ਪਰਿਵਾਰ ਦੇ ਵਿੱਚ ਜਦੋਂ ਬੈਠ ਕੇ ਬੇਟੀ ਦੱਸਦੀ ਹੈ ਕਿ ਇੱਥੇ ਇੱਥੇ ਪਾਪਾ ਜ਼ੋਰ ਲਗਾਉਣ ਦੀ ਲੋੜ ਹੈ, ਇੱਥੇ ਆਪਾਂ ਗਲਤ ਹੈ, ਪਾਪਾ ਤੁਹਾਡੀ ਆਹ ਆਦਤ ਬਦਲੋ। ਨਹੀਂ, ਆਦਤ ਤਾਂ ਨਹੀਂ ਮੈਨੂੰ ਕਿਹਾ ਬਦਲੋ ਕਦੇ ਮੇਰੀ ਬੇਟੀ ਨੇ, ਬਟ ਹਾਂ ਇਹ ਜ਼ਰੂਰ ਕਹਿੰਦੀ ਕਿ ਇੱਥੇ ਤੁਹਾਡੀ ਗਲਤੀ ਹੈ, ਇੱਥੇ ਮੈਨੂੰ ਲੱਗਿਆ ਕਿ ਆਹ ਆਪਣਾ ਏਰੀਆ ਵੀਕ ਹੈ, ਆਪਣੀ ਸਟਰੈਂਥ ਹੈ, ਆਪਣੀ ਵੀਕਨੈਸ ਹੈ, ਇਸ ਤਰ੍ਹਾਂ ਦੀਆਂ ਗੱਲ ਜ਼ਰੂਰ ਕਰਦੀ ਹੈ। ਬਿਕੋਜ਼ ਬਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਇਲੈਕਸ਼ਨ ਮੇਰੀ ਵਾਈਫ ਉੱਭਰ ਕੇ ਪਾਰਲੀਮੈਂਟ ਕਾਫੀ ਜੋਰਾਂ ਸ਼ੋਰਾਂ ਨਾਲ ਆਈ,
ਕੈਮਿਸਟਰੀ ਵੀ ਬੜੀ ਦਿਖ ਹਾਂ ਔਰ ਅੱਜ ਮੇਰੀ ਬੇਟੀ 14 ਸਾਲ ਦੀ ਹੈ ਸੋ ਮੈਨੂੰ ਖੁਸ਼ੀ ਹੋਈ ਕੱਲ ਪਰਸੋਂ ਮੈਨੂੰ ਕਹਿੰਦੀ ਕਿ ਮੈਂ 2-4 ਦਿਨ ਹੋ ਗਏ ਆਰਡਰ ਕੀਤਾ ਸੀ ਕਹਿੰਦੀ ਪਾਪਾ ਪੀਜ਼ਾ ਵੀਜ਼ਾ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਉਹਦਾ ਬਿੱਲ ਸੀਗਾ 700 ਰੁਪਇਆ ਸੋ ਮੈਂ ਡੋਰ ਟੂ ਡੋਰ ਕਰਕੇ ਆਈ ਸੀ ਕਈ ਗਰੀਬਾਂ ਦੇ ਘਰਾਂ 'ਚ ਸੋ ਮੈਂ ਸੋਚਿਆ ਕਿ 700 ਰੁਪਏ ਦਾ ਆਰਡਰ ਕਰਤਾ ਮੈਂ ਕਿਹਾ ਪੁੱਤ ਫੇਰ ਕਹਿੰਦੀ ਫਿਰ ਮੈਂ ਕੈਨਸਲ ਕਰਤਾ ਤੇ ਮੈਂ ਕਿਹਾ ਕੈਨਸਲ ਕਿਉਂ ਕਰਤਾ ਤੂੰ ਕਰ ਦੇਣਾ ਸੀ ਤੇ ਮੈਨੂੰ ਕਹਿਣ ਲੱਗੀ ਨਹੀਂ ਪਾਪਾ ਮੈਂ ਸੋਚਿਆ ਕਿ 700 ਰੁਪਇਆ ਗਰੀਬ ਨੂੰ ਵਿਚਾਰਾ ਰੋਟੀ ਘਰ ਚਲਾ ਲੈਂਦਾ ਹੈ ਤੇ ਮੈਂ ਦਾਲ ਖਾ ਲੂੰਗੀ ਘਰੇ ਬਣੀ ਹੋਊਗੀ ਸੋ ਮੈਨੂੰ ਇਹ ਚੰਗਾ ਲੱਗਿਆ ਕਿ 14 ਸਾਲ ਦੀ ਲੜਕੀ ਦੇ ਮਨ ਵਿੱਚ ਕਾਈਂਡਨੈਸ ਜਿਹੜੀ ਲੋਕਾਂ ਨੂੰ ਵੇਖ ਕੇ ਆਈ ਹੈ ਤਾਂ ਬਹੁਤ ਚੰਗੀ ਗੱਲ ਹੈ ਫਿਰ ਲੰਮਾ ਸਫ਼ਰ ਜ਼ਿੰਦਗੀ ਦਾ ਤੈਅ ਕਰੇਗੀ ਅਗਰ ਤੁਹਾਡੇ ਬੱਚੇ ਸਮੇਂ ਸਿਰ ਚੰਗੀਆਂ ਚੀਜ਼ਾਂ ਸਿੱਖ ਜਾਣ ਮੈਂ ਕਿਤੇ ਤੁਹਾਡੇ ਵੀ ਕੰਨਾਂ ਦੇ ਵਿੱਚੋਂ ਆਵਾਜ਼ ਪਈ ਉਹ ਮੇਰੇ ਦੇ ਵਿੱਚ ਵੀ ਪਈ ਸੀ ਕਿ ਧੀਆਂ ਹੀ ਤੈਅ ਕਰਦੀਆਂ ਨੇ ਜਿੱਤਾਂ ਹਾਰਾਂ ਨੂੰ ਹਾਂ ਬਿਲਕੁਲ ਕੁੜੀਆਂ ਤਾਂ ਬਹੁਤ ਲੱਕੀ ਹੁੰਦੀਆਂ ਯਾਰ ਤੇ ਜਿੱਥੇ ਧੀ ਧਿਆਣੀ ਦਾ ਕੰਮ ਹੋਵੇ ਸੁਰੱਖਿਅਤ ਨੇ ਪੰਜਾਬ ਦੇ ਵਿੱਚ ਸੁਰੱਖਿਅਤ ਹੈ ਲੇਕਿਨ ਹੋਰ ਕੰਮ ਕਰਨ ਦੀ ਲੋੜ ਹੈ ਹੁਣ ਤਾਂ ਬਹੁਤ ਬੋਲਡ ਨੇ ਲੇਡੀਜ਼ ਪਹਿਲਾਂ ਵਾਲਾ ਗੱਲ ਨਹੀਂ ਰਹੀ ਹੈ ਪਹਿਲਾਂ ਲੋਕ ਡਰਦੇ ਸੀ ਲੜਕੀਆਂ ਡਰਦੀਆਂ ਸੀ ਇੱਕ ਪਰਸੈਪਸ਼ਨ ਸੀ ਵਿਚਾਰਧਾਰਾ ਸੀ ਲੜਕੀ ਨੂੰ ਨਾ ਬਾਹਰ ਕੱਢਣ ਦੀ ਹੁਣ ਉਹ ਟੁੱਟ ਗਈ ਹੈ ਸੋ ਬਹੁਤ ਹੀ ਵਧੀਆ ਗੱਲ ਹੈ ਬਟ ਹਜੇ ਹੋਰ ਲੋੜ ਹੈ ਇਸ ਤੇ ਕੰਮ ਕਰਨ ਦੀ। ਆਖਰੀ ਸਵਾਲ ਬੜੇ ਥੋੜੇ ਦਿਨ ਮਿਲੇ ਸੀ ਮਿਨਿਸਟਰੀ ਨੂੰ ਪਰ ਜਾਂਦੇ ਜਾਂਦੇ ਇਹ ਦੱਸ ਜੋ ਕਿ ਜੇ ਦੁਬਾਰਾ ਸਰਕਾਰ ਆ ਜਾਂਦੀ ਹੈ ਤੇ ਜਿੱਤੇ ਜਾਂਦੇ ਹੋ ਉਸੇ ਫਾਰਮ ਚ ਆਉਂਗੇ 100% ਉਹ ਤਾਂ ਉਸ ਫਾਰਮ ਤੋਂ ਬਿਨਾਂ ਤਾਂ ਰਾਜੇ ਵੜਿੰਗ ਦਾ ਯੂਐਸਪੀ ਨਹੀਂ ਹੈ ਯਾਰ ਅੱਲਾ ਜੇ ਉਸ ਫਾਰਮ 'ਚ ਨਹੀਂ ਆਇਆ ਤਾਂ ਫਿਰ ਰਾਜੇ ਵੜਿੰਗ ਨੂੰ ਕਿਹਨੇ ਪੁੱਛਣਾ ਹੈ? ਇਸੇ ਕਰਕੇ ਤਾਂ 3 ਮਹੀਨਿਆਂ 'ਚ 15 ਸਾਲ ਵਾਲੇ ਮੰਤਰੀ ਚਿੱਤ ਕਰਤੇ 3 ਮਹੀਨੇ ਵਾਲੇ ਦੀ ਗੱਲ ਹੁੰਦੀ ਹੈ ਫਾਰਮ ਤਾਂ ਉਹੀ ਰੱਖਣੀ ਹੈ ਭਾਵੇਂ ਮੰਤਰੀ ਬਣੀਏ ਤੇ ਭਾਵੇਂ ਨਾ ਬਣੀਏ ਫਾਰਮ ਤਾਂ ਬਿਨਾਂ ਮੰਤਰੀ ਬਣੇ ਵੀ ਹੋਈ ਸੀ ਸੋ ਧੜਕਣਾਂ ਪੂਰੀਆਂ ਕੰਟਰੋਲ ਦੇ ਵਿੱਚ ਨੇ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਮੈਂ ਆਪਣੇ ਕੰਮ ਕੀਤੇ ਨੇ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਮੇਰੀ ਯੂਐਸਪੀ ਮੇਰੀ ਫਾਰਮ ਹੈ ਮੇਰੀ ਯੂਐਸਪੀ ਮੇਰੀ ਮਿਹਨਤ ਹੈ ਮੈਨੂੰ ਯਕੀਨ ਹੈ ਕਿ ਗਿੱਦੜਬਾਹੇ ਦੇ ਲੋਕ ਮੈਨੂੰ ਜਿਤਾ ਕੇ ਭੇਜਣਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸਮੀਰ ਨੇ ਮੈਂ ਸ਼ਸ਼ਮ ਨਗਰਾ ਧੰਨਵਾਦ